ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੂੰ ਪਤਾ ਹੀ ਹੋਏਗਾ ਕਿ ਕੱਲ ਬੀਤੀ 6 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਗੱਦੀ ਦਿਵਸ ਸੀ। ਭਾਵੇਂ ਅੱਜ ਦਾ ਆਪਣਾ ਵਿਸ਼ਾ ਜੋ ਤੁਧ ਭਾਵੈ ਸਾਈ ਭਲੀ ਕਾਰ ਹੈ, ਫਿਰ ਵੀ ਉਸ ਤੋਂ ਪਹਿਲਾਂ ਮੈਂ ਆਪ ਜੀ ਦਾ ਥੋੜ੍ਹਾ ਜਿਹਾ ਸਮਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਿਆਈ ਗੱਦੀ ਦਿਵਸ ਦੇ ਸੰਬੰਧ ਵਿੱਚ ਲੈਣਾ ਚਾਹੁੰਦਾ ਹਾਂ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਗੁਰਿਆਈ ਗੱਦੀ ਦਿਵਸ ਚੇਤੇ ਕਰਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਰੂਪ ਵਿੱਚ ਪ੍ਰਗਟ ਹੋਣ ਦਾ ਇੱਕ ਬਹੁਤ ਸਾਰਾ ਲੰਬਾ ਸਫ਼ਰ ਉਹ ਸਾਡੇ ਜ਼ਿਹਨ ਵਿੱਚ ਆਉਂਦਾ ਹੈ। ਪਹਿਲੇ ਹੀ ਦਿਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਹੀਂ ਬਣੇ। ਇਸ ਲੰਮੇ ਸਫ਼ਰ ਦੀ ਦਾਸਤਾਨ ਜਿਹੜੀ ਹੈ ਉਹ ਤਕਰੀਬਨ 12ਵੀਂ ਸਦੀ ਤੋਂ ਸ਼ੁਰੂ ਹੁੰਦੀ ਹੈ। 12ਵੀਂ ਸਦੀ ਵਿੱਚ ਬਾਬਾ ਫਰੀਦ ਜੀ ਹੋਏ ਨੇ। ਉਹਨਾਂ ਦਾ ਜਨਮ 1173 ਈਸਵੀ ਵਿੱਚ ਹੋਇਆ ਤੇ ਉਹਨਾਂ ਦਾ ਅਕਾਲ ਚਲਾਣਾ 1266 ਈਸਵੀ ਵਿੱਚ ਹੋਇਆ। ਸੋ ਉਹਨਾਂ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮੌਜੂਦ ਹੈ। ਸੋ ਇਹਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਸ ਵਕਤ ਤੋਂ ਯਾਨੀ 12ਵੀਂ ਸਦੀ ਤੋਂ ਚੱਲਦੀ ਆ ਰਹੀ ਹੈ। ਸੋ ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ੁਰੂਆਤ ਹੋਈ ਤੇ ਸਿੱਖ ਸਮਾਜ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਹੋਈ ਜਦੋਂ ਗੁਰੂ ਨਾਨਕ ਸਾਹਿਬ ਜੀ ਰਾਏ ਭੋਏ ਦੀ ਤਲਵੰਡੀ ਤੇ ਪ੍ਰਗਟ ਹੋਏ। ਉਹਨਾਂ ਨੇ ਛੋਟੀ ਉਮਰ ਤੋਂ ਹੀ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਸੀ। ਉਹ 9 ਸਾਲ ਦੀ ਉਮਰ ਵਿੱਚ ਸਨ ਜਦੋਂ ਪੰਡਿਤ ਹਰਦਿਆਲ ਜੀ ਉਹਨਾਂ ਨੂੰ ਜਨੇਊ ਪਾਉਣ ਵਾਸਤੇ ਆਏ ਸਨ ਤੇ ਉਹਨਾਂ ਨੇ ਬਚਨ ਆਖੇ ਸਨ ਕਿ ਪੰਡਿਤ ਜੀ, ਜੇਕਰ ਤੁਹਾਡੇ ਕੋਲ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਆਈ, ਜੇ ਤੇਰੇ ਕੋਲ ਹੈ ਤਾਂ ਭਾਂਡੇ ਕੱਤ ਮੇਰੇ ਗਲ 'ਚ ਪਾ ਦੇ, ਮੈਂ ਪਾਉਣ ਲਈ ਤਿਆਰ ਹਾਂ। ਸੋ ਉਦੋਂ ਤੋਂ ਇਹਨਾਂ ਨੇ ਗੁਰਬਾਣੀ ਉਚਾਰਨੀ, ਗੁਰਬਾਣੀ ਲਿਖਣੀ ਸ਼ੁਰੂ ਕੀਤੀ। ਜਦੋਂ ਸਕੂਲ ਵਿੱਚ ਜਾਂਦੇ ਸਨ ਉਹਨਾਂ ਨੇ ਆਪਣੀ ਇੱਕ ਆਸਾ ਰਾਗ ਦੇ ਅੰਦਰ ਪੱਟੀ ਲਿਖੀ ਹੈ। ਉਹ ਸਕੂਲ ਦੇ ਵਕਤ ਦੀ ਹੈ ਪੱਟੀ, ਯਾਨੀ ਫੱਟੀ ਦੇ ਉੱਤੇ ਆਪਾਂ ਨੂੰ ਆਪਣੇ ਟੀਚਰ, ਆਪਣੇ ਅਧਿਆਪਕ ਕਹਿੰਦੇ ਸਨ ਉਹ ਪੂਰਨੇ ਪਾ ਦਿੰਦੇ ਪੈਨਸਿਲ ਦੇ ਨਾਲ ਤੇ ਆਪਾਂ ਨੂੰ ਕਹਿੰਦੇ ਕਿ ਤੁਸੀਂ ਕਲਮ ਤੇ ਸ਼ਾਹੀ ਨਾਲ ਇਹਦੇ ਉੱਤੇ ਲਿਖੋ। ਉਦੋਂ ਦੀ ਬਾਣੀ ਹੈ ਉਹ ਆਸਾ ਦੀ ਰਾਗ ਵਾਲੀ ਪੱਟੀ ਗੁਰੂ ਨਾਨਕ ਸਾਹਿਬ ਜੀ ਦੀ। ਸੋ ਸਿੱਖ ਸਮਾਜ ਦੇ ਅੰਦਰ 1469 ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਤੇ 5-7 ਸਾਲਾਂ ਬਾਅਦ ਉਹਨਾਂ ਨੇ ਗੁਰਬਾਣੀ ਲਿਖਣੀ ਤੇ ਉਚਾਰਨੀ ਸ਼ੁਰੂ ਕੀਤੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀਆਂ ਉਦਾਸੀਆਂ ਦੇ ਦੌਰਾਨ ਮੱਕੇ ਗਏ ਨੇ ਤੇ ਉੱਥੇ ਜਿਹੜੇ ਇਸਲਾਮ ਮਤ ਵਾਲੇ ਲੋਕ ਸਨ, ਕਾਜ਼ੀ, ਮੁੱਲਾ, ਹੋਰ ਵੀ ਬਹੁਤ ਸਾਰੇ ਯਾਤਰੀ ਇਕੱਠੇ ਹੋਏ ਸਨ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਨੇ ਇੱਕ ਸਵਾਲ ਕੀਤਾ ਸੀ
ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਛੋਟੀ ਜਿਹੀ ਪੋਥੀ ਸੀ ਤੇ ਉਹਨਾਂ ਨੇ ਉਸ ਨੂੰ ਕਿਤਾਬ ਆਖਿਆ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਫ਼ਰ ਹੈ ਨਾ, ਇਹ ਕਿਤਾਬ ਤੋਂ ਸ਼ੁਰੂ ਹੋਇਆ ਹੈ। ਉਹਨਾਂ ਨੇ ਆਖਿਆ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਗੁਰੂ ਨਾਨਕ ਸਾਹਿਬ ਦੇ ਕੋਲ ਉਹਨਾਂ ਦੀ ਆਪਣੀ ਬਾਣੀ ਜਾਂ ਜਿਹੜੀ ਉਹਨਾਂ ਨੇ ਹੋਰ ਉਸ ਵਕਤ ਤੱਕ ਇਕੱਠੀ ਕਰ ਲਈ ਸੀ, ਉਹ ਇੱਕ ਕਿਤਾਬ ਵਿੱਚ ਉਹਨਾਂ ਨੇ ਲਿਖੀ ਹੋਈ ਸੀ। ਉਹੋ ਹੀ ਕਿਤਾਬ ਉਹਨਾਂ ਦੇ ਕੋਲ ਸੀ ਜਦੋਂ ਮੱਕੇ ਗਏ। ਉਸੇ ਹੀ ਕਿਤਾਬ ਨੂੰ ਖੋਲ੍ਹਣ ਦੀ ਗੱਲ ਕਾਜ਼ੀ ਤੇ ਮੁੱਲਾ ਗੁਰੂ ਨਾਨਕ ਸਾਹਿਬ ਜੀ ਨਾਲ ਕਰਦੇ ਨੇ। ਸੋ ਇਸ ਮਹਾਨ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸ਼ੁਰੂਆਤ ਉਹ ਇੱਕ ਕਿਤਾਬ ਤੋਂ ਹੋਈ ਹੈ। ਉਸ ਤੋਂ ਅੱਗੇ ਇਹ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਇਕੱਠੀ ਕੀਤੀ। 4 ਉਦਾਸੀਆਂ ਦੇ ਦੌਰਾਨ ਜਦੋਂ ਉਹ ਹਿੰਦੂ ਤੀਰਥਾਂ ਤੇ ਗਏ, ਸਿੱਧਾਂ ਜੋਗੀਆਂ ਕੋਲ ਗਏ, ਸਾਧੂਆਂ ਸੰਤਾਂ ਦੇ ਡੇਰਿਆਂ ਤੇ ਗਏ, ਉਹ ਇਸਲਾਮ ਦੇ ਸਥਾਨਾਂ ਤੇ ਗਏ, ਉਹਨਾਂ ਨੇ ਸਾਰੀ ਬਾਣੀ ਇਕੱਠੀ ਕੀਤੀ। ਤੇ 1604 ਈਸਵੀ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਇੱਕ ਕਿਤਾਬ ਨਹੀਂ, ਕਈ ਪੋਥੀਆਂ ਪਹੁੰਚ ਗਈਆਂ ਸਨ। ਇੱਕ ਕਿਤਾਬ ਤੇ ਉਹ ਸੀ ਜਿਹੜੀ ਗੁਰੂ ਨਾਨਕ ਸਾਹਿਬ ਕੋਲ ਸੀ, ਫਿਰ ਦੂਜੇ ਪਾਤਸ਼ਾਹ ਦੀ ਪਵਿੱਤਰ ਬਾਣੀ, ਤੀਜੇ ਤੇ ਚੌਥਿਆਂ ਦੀ ਬਾਣੀ। ਇਹ ਸਾਰੀ ਬਾਣੀ ਵੱਖ-ਵੱਖ ਪੋਥੀਆਂ ਵਿੱਚ ਮੌਜੂਦ ਸੀ। ਇੱਕ ਕਿਤਾਬ ਤੋਂ ਫਿਰ ਇਸ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਪੋਥੀਆਂ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਤੇ 1604 ਈਸਵੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਸਾਰੀਆਂ ਪੋਥੀਆਂ ਨੂੰ ਭਾਈ ਗੁਰਦਾਸ ਜੀ ਦੇ ਹਵਾਲੇ ਕੀਤਾ ਤੇ ਆਖਣ ਲੱਗੇ, ਜਿੰਨੀ ਬਾਣੀ ਇਹਨਾਂ ਪੋਥੀਆਂ ਵਿੱਚ ਲਿਖੀ ਹੋਈ ਏ, ਉਹ ਸਾਰੀ ਬਾਣੀ ਇੱਕ ਪੋਥੀ ਵਿੱਚ ਇਕੱਠੀ ਕਰੋ। ਭਾਈ ਗੁਰਦਾਸ ਜੀ ਨੇ ਉਹ ਕੰਮ 2-3 ਮਹੀਨੇ ਲਗਾ ਕੇ ਕੀਤਾ। ਉਹ ਕਾਰਜ ਹੋ ਗਿਆ ਜਦੋਂ, ਤੇ ਉਸ ਵਕਤ ਦੀ ਉਸ ਪੋਥੀ ਨੂੰ ਪਹਿਲਾਂ ਪੋਥੀ ਸਾਹਿਬ ਦਾ ਨਾਂ ਦਿੱਤਾ ਗਿਆ। ਫਿਰ ਉਸ ਪੋਥੀ ਨੂੰ ਜਦੋਂ ਦਰਬਾਰ ਸਾਹਿਬ ਵਿੱਚ ਉਹਦਾ ਪ੍ਰਕਾਸ਼ ਕੀਤਾ ਤੇ ਉਸ ਨੂੰ ਆਦਿ ਬੀੜ ਦਾ ਨਾਂ ਦਿੱਤਾ ਗਿਆ। ਤੁਸੀਂ ਸਮਝਣਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨਤਾ ਦਾ ਇਹ ਸਫ਼ਰ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ, ਇੱਕ ਕਿਤਾਬ ਤੋਂ ਗੱਲ ਸ਼ੁਰੂ ਹੋਈ, ਪੋਥੀਆਂ ਵਿੱਚ ਆਈ, ਫਿਰ ਆਦਿ ਬੀੜ ਸਾਹਿਬ ਬਣਿਆ। ਉਸ ਆਦਿ ਬੀੜ ਸਾਹਿਬ ਨੂੰ ਹੀ ਫਿਰ ਗ੍ਰੰਥ ਸਾਹਿਬ ਆਖਿਆ ਜਾਣ ਲੱਗ ਪਿਆ। ਸੋ ਉਹ ਜਿਹੜਾ ਗ੍ਰੰਥ ਸਾਹਿਬ ਸੀ, ਉਹਦੇ ਵਿੱਚ ਬਾਕੀ ਤੇ ਸਾਰੀ ਬਾਣੀ ਮੌਜੂਦ ਸੀ, ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਨਹੀਂ ਸੀ। 1704 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਆਦਿ ਗ੍ਰੰਥ ਦੇ ਵਿੱਚ, ਆਦਿ ਬੀੜ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਦਰਜ ਕੀਤੀ ਜਾਂ ਕਰਵਾਈ ਭਾਈ ਮਣੀ ਸਿੰਘ ਜੀ ਪਾਸੋਂ ਆਪ ਜ਼ੁਬਾਨੀ ਬੋਲ ਕੇ। ਸੋ 1704 ਵਿੱਚ ਇਸ ਗ੍ਰੰਥ ਸਾਹਿਬ ਜੀ ਦਾ ਇੱਕ ਉਹ ਸਰੂਪ ਤਿਆਰ ਹੋ ਗਿਆ ਜਿਹੜਾ ਹੁਣ ਕੰਪਲੀਟ ਸੀ, ਪੂਰਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੰਦੇੜ ਚਲੇ ਗਏ ਦਮਦਮਾ ਸਾਹਿਬ ਤੋਂ। 1708 ਵਿੱਚ ਉਹ ਜੋਤੀ ਜੋਤ ਸਮਾਏ ਨੇ। ਤੇ ਜੋਤੀ ਜੋਤ ਸਮਾਉਣ ਤੋਂ ਇਤਿਹਾਸ ਵਿੱਚ ਜਿਵੇਂ ਲਿਖਿਆ, ਇੱਕ ਦਿਨ ਪਹਿਲਾਂ ਉਹਨਾਂ ਨੇ ਭਾਈ ਦਇਆ ਸਿੰਘ ਜੀ ਹੋਰਾਂ ਨੂੰ ਆਖਿਆ ਕਿ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਏ। ਕੀਤਾ ਗਿਆ। ਗੁਰੂ ਮਹਾਰਾਜ ਜੀ ਆਪ ਅੰਦਰ ਆਏ ਤੰਬੂ ਵਿੱਚ, ਮੱਥਾ ਟੇਕਿਆ ਤੇ ਸਾਰਿਆਂ ਸਿੱਖਾਂ ਨੂੰ, ਜਿੰਨੇ ਵੀ ਉਸ ਵਕਤ ਉੱਥੇ ਮੌਜੂਦ ਸਨ, ਸਾਰਿਆਂ ਨੂੰ ਹੁਕਮ ਕੀਤਾ ਕਿ ਤੁਸੀਂ ਅੱਜ ਤੋਂ ਬਾਅਦ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਹੈ। 10 ਗੁਰੂ ਸਾਹਿਬਾਨ ਸਰੀਰ ਧਾਰੀ ਹੋਏ। ਪਹਿਲੇ ਗੁਰੂ ਜੀ ਤੋਂ ਹੀ ਜਿਹੜਾ ਬਚਨ ਹੈ ਸ਼ਬਦ ਗੁਰੂ ਵਾਲਾ ਉਹ ਪ੍ਰਚਲਿਤ ਹੋ ਚੁੱਕਾ ਸੀ। ਆਖਰ 10ਵੇਂ ਗੁਰੂ ਮਹਾਰਾਜ ਜੀ ਨੇ ਸਾਨੂੰ ਉਹ ਸ਼ਬਦ ਦੇ ਲੜ ਪੱਕੇ ਤੌਰ ਤੇ ਲਗਾ ਦਿੱਤਾ ਕਿ ਹੁਣ ਅੱਜ ਤੋਂ ਬਾਅਦ ਤੁਸੀਂ ਕਦੀ ਕਿਸੇ ਸਰੀਰ ਨੂੰ ਗੁਰੂ ਨਹੀਂ ਮੰਨੋਗੇ। ਇਹਦਾ ਮਤਲਬ ਇਹ ਨਹੀਂ ਲੈਣਾ ਕਿ ਸਰੀਰ ਦੀ ਸੰਗਤ ਨਹੀਂ ਕਰਨੀ। ਇਹਦਾ ਮਤਲਬ ਇਹ ਕਦੀ ਨਹੀਂ ਲੈਣਾ, ਨਾ ਗੁਰੂ ਜੀਆਂ ਨੇ ਆਖਿਆ ਇਸ ਤਰ੍ਹਾਂ। ਉਹ ਸੰਗਤ ਕਰਨ ਲਈ ਸਾਨੂੰ ਪ੍ਰੇਰਦੇ ਨੇ ਹਰ ਵਕਤ ਵੀ ਭਲਿਆਂ ਪੁਰਸ਼ਾਂ ਦੀ ਸੰਗਤ ਕਰੋ, ਮਹਾਂਪੁਰਸ਼ਾਂ ਦੀ ਸੰਗਤ ਕਰੋ। ਉਹਨਾਂ ਦੀ ਸੰਗਤ ਕਰਨ ਨਾਲ ਤੁਹਾਡੇ ਜੀਵਨ ਦੇ ਕਈ ਗੁੱਝੇ ਭੇਦ ਖੁੱਲ੍ਹ ਜਾਣਗੇ। ਲੇਕਿਨ ਅੱਜ ਤੋਂ ਗੁਰੂ ਤੁਹਾਡਾ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਹੁਕਮ 10ਵੇਂ ਪਾਤਸ਼ਾਹ ਜੀ ਨੇ 1708 ਈਸਵੀ ਦੇ ਵਿੱਚ ਕੀਤਾ ਸੀ। ਉਸ ਦਿਨ ਤੋਂ ਸਿੱਖ ਸੰਗਤ ਅਤੇ ਹੋਰ ਵੀ ਦੁਨੀਆ ਦੇ ਲੋਕ ਜਿਹੜੇ ਇਸ ਗੱਲ ਨੂੰ ਸਮਝਦੇ ਨੇ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਨੇ, ਆਪਣਾ ਭੇਟਾ ਅੱਗੇ ਰੱਖਦੇ ਨੇ, ਆਪਣਾ ਪਿਆਰ ਸਤਿਕਾਰ ਉਹ ਗੁਰੂ ਮਹਾਰਾਜ ਜੀ ਨੂੰ ਅਰਪਣ ਕਰਦੇ ਨੇ ਤੇ ਮੱਥਾ ਟੇਕਦੇ ਨੇ। ਉਦੋਂ ਤੋਂ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਬਣ ਗਏ। ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ ਇੱਕ ਵਾਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੋਂ ਬਾਬਾ ਬੁੱਢਾ ਜੀ ਨੇ ਇੱਕ ਬਚਨ ਪੁੱਛਿਆ ਸੀ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖੀ ਘਰ ਵਿੱਚ ਆਏ ਨੇ, ਗੁਰੂ ਘਰ ਵਿੱਚ ਆਏ ਨੇ ਤੇ 6ਵੇਂ ਗੁਰੂ ਜੀ ਤੱਕ ਉਹ ਰਹੇ ਨੇ। ਤੀਜੇ ਪਾਤਸ਼ਾਹ ਜੀ ਦੇ ਕੋਲੋਂ ਉਹਨਾਂ ਨੇ ਇੱਕ ਦਿਨ ਬਚਨ ਪੁੱਛਿਆ ਸੀ, ਸਤਿਗੁਰੂ ਜੀ ਸਾਨੂੰ ਸਿੱਖੀ ਦੀ ਰਹਿਤ ਬਾਰੇ ਥੋੜਾ ਚਾਨਣਾ ਪਾਓ। ਸਿੱਖੀ ਦੀ ਰਹਿਤ ਕੀ ਹੈ? ਉਂਝ ਆਪਣੇ ਲੋਕਾਂ ਨੇ 1922 ਤੋਂ ਸ਼ੁਰੂ ਕਰਕੇ ਤੇ 45-47 ਤੱਕ ਇੱਕ ਰਹਿਤ ਮਰਿਆਦਾ ਲਿਖੀ ਹੈ, ਜਿਹੜੀ ਕਿ ਉਹਦਾ ਕੁਝ ਹਿੱਸਾ ਗੁਰਮਤ ਨਾਲ ਮੇਲ ਨਹੀਂ ਖਾਂਦਾ। ਲਿਖਿਆ ਹੋਇਆ ਆਪਾਂ ਉਹਦੇ ਮੁਤਾਬਕ ਚੱਲ ਰਹੇ ਹਾਂ, ਚੱਲਣਾ ਚਾਹੀਦਾ ਹੈ, ਪਰ ਇਹ ਗੱਲ ਵੀ ਆਖਣ ਤੋਂ ਕੋਈ ਸੰਕੋਚ ਨਹੀਂ ਮੈਨੂੰ ਕਿ ਉਸ ਰਹਿਤ ਮਰਿਆਦਾ ਦਾ ਕੁਝ ਹਿੱਸਾ ਉਹ ਗੁਰਮਤ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਜੇ ਤੁਸੀਂ ਗੁਰਬਾਣੀ ਪੜ੍ਹੋ ਤੇ ਉਹਦੇ ਵਿੱਚ ਕੁਝ ਟੂਕਾਂ ਨੇ ਜਿਹੜੀਆਂ ਉਹ ਪੜ੍ਹੋ, ਇਉਂ ਲੱਗਦਾ ਹੈ ਕਿ ਜਿਵੇਂ ਇਹ ਸਾਡੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਨਾਲ ਅਨਿਆਂ ਹੋਇਆ ਹੈ। ਸੋ ਉਹਨਾਂ ਨੇ ਪੁੱਛਿਆ ਵੀ ਸਿੱਖੀ ਦੀ ਰਹਿਤ ਕੀ ਹੈ? ਤੇ ਭਾਈ ਸੰਤੋਖ ਸਿੰਘ ਜੀ ਨੇ ਲਿਖੇ ਨੇ ਬਚਨ। ਉਹ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਸੀ, ਗੁਰੂ ਵਾਕ ਜਿਨ ਦ੍ਰਿੜ ਕਰ ਮਾਨੇ, ਸੋ ਮਮ ਪਿਆਰੋ ਸਿੱਖ ਮਹਾਨੇ। ਜਿਸ ਕਿਸੇ ਸਿੱਖ ਨੇ, ਕਿਸੇ ਵੀ ਆਦਮੀ ਨੇ, ਸਿੱਖ ਦਾ ਮਤਲਬ ਹੁੰਦਾ ਹੈ ਜੀ ਸਿੱਖਣ ਵਾਲਾ। ਆਪਾਂ ਸਿੱਖ ਹੋਰ ਤਰ੍ਹਾਂ ਦੇ ਬਣਾ ਲਏ ਨੇ, ਉਹ ਇੱਕ ਵੱਖਰੀ ਕਹਾਣੀ ਹੈ। ਸਿੱਖ ਇਹੋ ਜਿਹੇ ਨਹੀਂ ਹੁੰਦੇ, ਸਿੱਖ ਹੁੰਦੇ ਨੇ ਸਿੱਖਣ ਵਾਲੇ। ਤੇ ਜਿਹੜੇ ਸਿੱਖਦੇ ਨਹੀਂ ਹਨ, ਆਪਾਂ ਵੈਸੇ ਉਹਨਾਂ ਨੂੰ ਵੀ ਸਿੱਖ ਹੀ ਆਖਦੇ ਹਾਂ, ਪਰ ਉਹ ਹੁੰਦੇ ਨਹੀਂ, ਗੁਰੂ ਦੇ ਧਿਆਨ ਵਿੱਚ ਉਹ ਸਿੱਖ ਨਹੀਂ ਹਨ। ਇਹ ਗੱਲ ਸਾਨੂੰ ਮੰਨ ਲੈਣੀ ਚਾਹੀਦੀ ਹੈ, ਸਮਝ ਲੈਣੀ ਚਾਹੀਦੀ ਹੈ। ਜੇ ਮੈਂ ਇੱਕ ਛੋਟੀ ਜੀ ਗੱਲ ਕਰ ਹੀ ਲਵਾਂ ਭਲਾ ਵੀ ਆਪਾਂ ਕਿੰਨਾ ਕੁ ਮੰਨਦੇ ਹਾਂ ਗੁਰੂ ਜੀ ਦਾ ਬਚਨ। ਪਰਸੋਂ ਚੌਥ ਦੀਵਾਲੀ ਲੰਘੀ ਹੈ ਜੀ, ਤੇ ਜੋ ਦੀਵਾਲੀ ਤੇ ਆਪਾਂ ਨਾਟਕ ਕੀਤੇ ਨੇ ਕਿਹਨੂੰ ਭੁਲੇਖਾ ਹੈ? ਸਭਨਾਂ ਨੂੰ ਪਤਾ ਹੈ। ਸਿੱਖ ਕੌਮ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੀ, ਬਿਲਕੁਲ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਅਖਬਾਰਾਂ ਵਿੱਚ ਪੜ੍ਹ ਲਿਆ ਹੋਵੇ ਤੇ ਦੀਵਾਲੀ ਵਾਲੇ ਦਿਨ ਇੰਨਾ ਜ਼ਿਆਦਾ ਪ੍ਰਦੂਸ਼ਣ ਫੈਲਾਇਆ ਆਪਾਂ ਲੋਕਾਂ ਨੇ ਹਿੰਦੁਸਤਾਨ ਦੇ ਅੰਦਰ। ਉਹ ਦੱਸ ਰਹੇ ਸਨ ਕਿ ਦਿੱਲੀ ਦੇ ਵਿੱਚ ਜਿਹੜੀ ਸਾਡੀ ਰਾਜਧਾਨੀ ਹੈ, ਉੱਥੇ ਬੜੀਆਂ ਉੱਚੀਆਂ ਉੱਚੀਆਂ ਬਿਲਡਿੰਗਸ ਨੇ,
10-10, 12-12, 15-15, ਇਸ ਤੋਂ ਵੀ ਵੱਡੀਆਂ ਉੱਚੀਆਂ ਮੰਜ਼ਲਾਂ ਵਾਲੀਆਂ। ਤੇ ਉਹ ਕਹਿ ਰਹੇ ਸੀ ਕਿ ਥੱਲੇ ਵਾਲੀਆਂ 4-5 ਮੰਜ਼ਲਾਂ ਤੋਂ ਜਿਹੜੀਆਂ ਉਤਲੀਆਂ ਨੇ ਉਹ ਸਾਰੀਆਂ ਧੂਏ ਵਿੱਚ ਲੁਕ ਗਈਆਂ ਨੇ, ਨਜ਼ਰ ਨਹੀਂ ਆ ਰਹੀਆਂ, ਇੰਨਾ ਧੂਆਂ ਕੀਤਾ। ਔਰ ਅਸੀਂ ਸਮਝਦੇ ਹਾਂ ਕਿ ਇਸ ਧਰਤੀ ਦੇ ਮਾਲਕ ਹਾਂ ਆਪਾਂ ਮਨੁੱਖ। ਸੱਚ ਜਾਣਿਆ ਜੀ ਆਪਾਂ ਇਹਦੇ ਮਾਲਕ ਨਹੀਂ ਆ ਇਸ ਧਰਤੀ ਦੇ। ਰੱਬ ਦਾ ਸਾਨੂੰ ਸ਼ੁਕਰ ਕਰਨਾ ਚਾਹੀਦਾ, ਸਾਨੂੰ ਇੰਨੀ ਖੁੱਲੀ ਫਿਜ਼ਾ ਵਿੱਚ ਉਹਨੇ ਜੀਣ ਦਾ ਅਧਿਕਾਰ ਦਿੱਤਾ ਹੈ, ਲੇਕਿਨ ਅਸੀਂ ਇਹਦੇ ਮਾਲਕ ਨਹੀਂ ਹਾਂ। ਇਹਦੇ ਮਾਲਕ ਸਾਡੇ ਵਰਗੇ ਹੋਰ ਵੀ ਸਾਡੇ ਭੈਣਾਂ ਭਰਾ ਨੇ, ਪਸ਼ੂ ਪੰਛੀ ਔਰ ਅਣਗਿਣਤ ਜੀਵ ਨੇ ਜਿਹੜੇ ਸਾਨੂੰ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦੇ, ਉਹ ਇੱਥੇ ਅੰਦਰ ਬਾਹਰ ਸਾਰੇ ਮੌਜੂਦ ਨੇ। ਤੇ ਜਦੋਂ ਆਪਾਂ ਇਹ ਜ਼ਹਿਰੀਲਾ ਧੂਆਂ ਛੱਡਦੇ ਹਾਂ ਇਸ ਵਾਤਾਵਰਨ ਵਿੱਚ, ਉਹਨਾਂ ਦਾ ਕੀ ਬਣਦਾ ਹੋਏਗਾ? ਆਪਾਂ ਕਦੀ ਨਹੀਂ ਸੋਚਿਆ ਉਹਨਾਂ ਬਾਰੇ। ਇੰਨੇ ਪਸ਼ੂ, ਇੰਨੇ ਪੰਛੀ ਉਦਣ ਸਾਰੀ ਰਾਤ ਸੌਂ ਨਹੀਂ ਪਾਏ ਹੋਣਗੇ, ਉਹਨਾਂ ਨੂੰ ਸਾਹ ਨਹੀਂ ਆਉਂਦਾ ਹੋਏਗਾ, ਕਿੰਨੇ ਮਰ ਗਏ ਹੋਣਗੇ। ਆਪਾਂ ਕਦੀ ਉਹਨਾਂ ਲਈ ਨਹੀਂ ਸੋਚਿਆ। ਉਹ ਸਾਡੇ ਹਿੱਸੇਦਾਰ ਨੇ ਇਸ ਧਰਤੀ ਦੇ, ਜਿਵੇਂ ਅਸੀਂ ਮਾਲਕ ਹਾਂ ਇਸ ਤਰ੍ਹਾਂ ਉਹ ਵੀ ਹਨ। ਉਹ ਹਿੱਸੇਦਾਰ ਨੇ, ਉਹਨਾਂ ਨੂੰ ਵੀ ਜਿਉਣ ਦਾ ਪੂਰਾ ਪੂਰਾ ਹੱਕ ਹੋਣਾ ਚਾਹੀਦਾ ਹੈ, ਔਰ ਅਸੀਂ ਉਹਨਾਂ ਦਾ ਹੱਕ ਖੋ ਰਹੇ ਹਾਂ ਕਿਉਂਕਿ ਅਸੀਂ ਸ਼੍ਰੋਮਣੀ ਹਾਂ, ਅਸੀਂ ਪ੍ਰਧਾਨ ਜੂ ਹੋਏ। ਇਸ ਲਈ ਗੁਰੂ ਸਾਹਿਬ ਨੇ ਆਖਿਆ ਸੀ, ਇਹ ਜਿਹੜਾ ਪਵਨ ਹੈ ਜਿਸ ਨੂੰ ਤੁਸੀਂ ਗੰਧਲਾ ਕੀਤਾ ਦੀਵਾਲੀ ਵਾਲੇ ਦਿਨ, ਇਹ ਤੁਹਾਡਾ ਗੁਰੂ ਹੈ। ਨਾ ਜੀ, ਇਹ ਸਾਡਾ ਗੁਰੂ ਹੈ ਨਾ। ਪਵਨ ਗੁਰੂ, ਇਹ ਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਤੁਸੀਂ ਰੋਜ਼ ਪੜ੍ਹਦੇ ਹੋ। ਗੁਰੂ ਮਹਾਰਾਜ ਦੇ ਰੁਮਾਲਿਆਂ ਨੂੰ ਕਿਤੇ ਛੋਟਾ ਜਿਹਾ ਦਾਗ ਲੱਗ ਜਾਏ, ਸਾਡੇ ਜੀ ਨੂੰ ਕੁਛ ਹੁੰਦਾ ਵੀ ਇਹ ਦਾਗ ਕਿਉਂ ਲੱਗ ਗਿਆ। ਉਸੇ ਵੇਲੇ ਧਵਾਓ ਜਾਂ ਬਦਲੋ ਜਾਂ ਨਵੇਂ ਪਾਓ, ਜੋ ਵੀ ਕਰਨਾ ਕਰੋ। ਪਰ ਬਾਹਰ ਅਸੀਂ ਗੁਰੂ ਦਾ ਕੀ ਹਾਲ ਬਣਾਇਆ ਉਸ ਦਿਨ ਰਾਤ। ਕਿੰਨਾ ਕੁ ਸਿੱਖਾਂ ਨੇ ਗੁਰੂ ਜੀ ਦੀ ਗੱਲ ਮੰਨ ਲਈ। ਜਿਨ੍ਹਾਂ ਨੇ ਨਹੀਂ ਮੰਨੀ ਉਹ ਸਿੱਖ ਨਹੀਂ ਹਨ। ਸਿੱਧੀ ਜੀ ਗੱਲ ਇਹ ਹੋਈ ਹੈ। ਗੁਰੂ ਅਮਰਦਾਸ ਮਹਾਰਾਜ ਆਖਦੇ ਨੇ, ਗੁਰੂ ਵਾਕ ਜਿਨ ਦ੍ਰਿੜ ਕਰ ਮਾਨੇ। ਦ੍ਰਿੜ ਦਾ ਮਤਲਬ ਹੁੰਦਾ ਜੀ ਪੱਕੇ ਤੌਰ ਤੇ। ਜਿਨ੍ਹਾਂ ਨੇ ਪੱਕੇ ਤੌਰ ਤੇ ਗੁਰੂ ਦੇ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲਿਆ ਹੋਵੇ, ਸੋ ਮਮ ਪਿਆਰੋ ਸਿੱਖ ਮਹਾਨੇ। ਉਹ ਮਹਾਨ ਹਨ ਸਿੱਖ ਤੇ ਉਹ ਮੈਨੂੰ ਪਿਆਰੇ ਹਨ। ਪ੍ਰਭੂ ਸਰੂਪ ਹਿਰਦੇ ਮੋਹ ਧਾਰੋ, ਗੁਰਬਾਣੀ ਕੋ ਹਿਰਦੈ ਵਿਚਾਰੋ। ਗੁਰੂ ਦਾ ਸਵਰੂਪ ਕੀ ਹੈ? ਗੁਰੂ ਦਾ ਸਵਰੂਪ ਹੈ ਸ਼ਬਦ। ਜਦੋਂ ਆਪਾਂ ਜੀ ਪਵਨ ਲੈਂਦੇ ਆ ਨਾ, ਆਪਣੇ ਅੰਦਰ ਜਾਂਦੀ ਜਦੋਂ ਹਵਾ, ਇਹ ਪਵਨ ਗੁਰੂ ਹੈ ਨਾ। ਜਦੋਂ ਇਹ ਸਾਡੇ ਅੰਦਰ, ਸਾਡਾ ਇਹ ਗੁਰੂ ਅੰਦਰ ਜਾਂਦਾ ਤੇ ਇੱਕ ਆਵਾਜ਼ ਕਰਦਾ ਹੈ। ਜਦੋਂ ਸਾਡੇ ਅੰਦਰੋਂ ਇਹ ਵਿਸ਼ੈਲੀਆਂ ਚੀਜ਼ਾਂ ਨੂੰ ਹਵਾ ਦੇ ਰਾਹੀਂ ਬਾਹਰ ਕੱਢਦਾ, ਉਦੋਂ ਵੀ ਇੱਕ ਆਵਾਜ਼ ਕਰਦਾ। ਇਹ ਗੁਰੂ ਹੈ ਸਾਡਾ। ਆਪਾਂ ਕਦੀ ਇਹਦੇ ਵੱਲ ਧਿਆਨ ਦਿੱਤਾ ਹੈ? ਕਦੀ ਨਹੀਂ ਦਿੱਤਾ। ਸਾਨੂੰ ਦੇਣਾ ਚਾਹੀਦਾ ਹੈ। ਇਹ ਸਾਡਾ ਗੁਰੂ ਹੈ। ਉਹ ਜਿਹੜੀ ਸ਼ਬਦ, ਜਿਹੜੀ ਆਵਾਜ਼ ਹੋ ਰਹੀ ਹੈ, ਸਹੀ ਅਰਥਾਂ ਵਿੱਚ ਆਵਾਜ਼ ਹੀ ਸਾਡਾ ਗੁਰੂ ਹੈ। ਉਸ ਆਵਾਜ਼ ਤੋਂ ਹੀ ਇਹ ਖੰਡ ਬ੍ਰਹਿਮੰਡ ਬਣੇ ਨੇ। ਉਸ ਆਵਾਜ਼ ਤੋਂ ਹੀ ਇਹ ਸਾਰਾ ਚੱਲਣ ਹੋ ਰਿਹਾ ਸ੍ਰਿਸ਼ਟੀ ਦਾ। ਆਵਾਜ਼ ਤੋਂ ਹੀ ਹੋ ਰਿਹਾ, ਹੋਰ ਕੁਝ ਵੀ ਨਹੀਂ ਇਹਦੇ ਵਿੱਚ। ਸੋ ਅਸੀਂ ਸ਼ਬਦ ਗੁਰੂ, ਪ੍ਰਭੂ ਸਰੂਪ, ਹਿਰਦੇ ਮੋਹ ਧਾਰੋ। ਇਹ ਜਿਹੜਾ ਸ਼ਬਦ ਗੁਰੂ ਹੈ ਪਵਨ, ਇਸ ਨੂੰ ਹਿਰਦੇ ਮੋਹ ਧਾਰੋ ਦਾ ਮਤਲਬ ਇਹਦੇ ਨਾਲ ਪਿਆਰ ਕਰੋ। ਇਹ ਕਿੰਨਿਆਂ ਜੀਵਾਂ ਨੂੰ ਜੀਵਨ ਦੇ ਰਿਹਾ, ਮਨੁੱਖਤਾ ਨੂੰ ਹੀ ਨਹੀਂ। ਕਿੰਨੇ ਜੀਵ ਇਹਦੇ ਆਸਰੇ ਜਿਉਂਦੇ ਨੇ ਤੇ ਅਸੀਂ ਇਸ ਨੂੰ ਹੀ ਗੰਧਲਾ ਕਰਨ ਤੇ ਤੁਲੇ ਹੋਏ ਹਾਂ। ਜੀ ਮੈਂ ਜੇ ਤੁਹਾਡੇ ਨਾਲ ਇੱਕ ਗੱਲ ਕਰਾਂ, ਬੁਰਾ ਨਾ ਮੰਨਿਆ ਜੇ। ਉਹ ਇਹ ਕਿ ਜੇ ਸੱਚੀ ਮੁੱਚੀ ਆਪਾਂ ਗੁਰੂ ਦੇ ਸਿੱਖ ਹਾਂ ਤੇ ਆਉਣ ਵਾਲੇ ਸਮੇਂ ਤੋਂ ਪਟਾਕੇ ਚਲਾਉਣੇ ਬੰਦ ਕਰ ਦਈਏ। ਇੱਕ ਗੱਲ ਹੈ ਪੱਕੀ, ਜੇ ਤੁਸੀਂ ਮੇਰੇ ਨਾਲ ਤੇ ਨਹੀਂ, ਨਾ ਗੁਰੂ ਨਾਲ, ਨਾ ਰੱਬ ਨਾਲ ਪ੍ਰਣ ਕਰਨ ਦੀ ਲੋੜ ਨਹੀਂ। ਆਪਣੇ ਆਪਣੇ ਮਨਾਂ ਨਾਲ ਕਰੋ।
ਮਨ ਆਪਣੇ ਨਾਲ ਆਪਾਂ ਸੱਚੇ ਹੋਣਾ ਹੈ। ਗੁਰੂ ਨਾਲ ਸੱਚਿਆਂ ਹੋਣ ਦੀ ਲੋੜ ਨਹੀਂ। ਤੁਹਾਡੀ ਸੱਚਾਈ ਦੀ ਗੁਰੂ ਨੂੰ ਕੀ ਲੋੜ ਹੈ? ਰੱਬ ਨੂੰ ਕੀ ਲੋੜ ਹੈ ਕਿ ਤੁਸੀਂ ਸੱਚੇ ਹੋਵੋ? ਅਸਲ 'ਚ ਸਾਨੂੰ ਆਪ ਨੂੰ ਜ਼ਰੂਰਤ ਹੈ ਤੇ ਆਪਾਂ ਆਪਣੇ ਆਪ ਨਾਲ ਸੱਚੇ ਹੋਣਾ ਹੈ। ਆਪਣੇ ਆਪ ਨਾਲ ਇੱਕ ਪ੍ਰਣ ਜ਼ਰੂਰ ਅੱਜ ਕਰੀਏ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹ ਪਟਾਕੇ ਨਹੀਂ ਚਲਾਵਾਂਗੇ। ਫਿਰ ਆਪਾਂ ਗੁਰੂ ਵਾਕ ਜਿਨ ਦ੍ਰਿੜ ਕਰ ਮਾਨੇ, ਉਹ ਹੀ ਗੁਰੂ ਦਾ ਸਿੱਖ ਹੋਏਗਾ ਜਿਹੜਾ ਗੁਰੂ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਨੇਗਾ। ਪ੍ਰਭੂ ਸਰੂਪ ਹਿਰਦੇ ਮੋਹ ਧਾਰੋ, ਇਸ ਪ੍ਰਭੂ ਸਰੂਪ ਨੂੰ, ਇਸ ਪਵਨ ਨੂੰ, ਇਹ ਸਾਡਾ ਗੁਰੂ ਏ, ਇਸ ਨੂੰ ਹਿਰਦੇ ਵਿੱਚ ਧਾਰਨ ਤੋਂ ਭਾਵ ਇਹਦੇ ਨਾਲ ਇੰਨਾ ਪਿਆਰ ਕਰੋ, ਇਹਨੂੰ ਸ਼ੁੱਧ ਰੱਖੋ, ਇਹਨੂੰ ਗੰਧਲਾ ਨਾ ਕਰੋ। ਤੇ ਫਿਰ ਅੱਗੇ ਆਖਿਆ ਗੁਰਬਾਣੀ ਕੋ ਹਿਰਦੈ ਵਿਚਾਰੋ, ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਿਚਾਰਿਆ ਕਰੋ, ਇਹਨੂੰ ਸਮਝਿਆ ਕਰੋ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਇਹ ਕੰਮ ਆਪਾਂ ਨੂੰ ਕਰਨਾ ਚਾਹੀਦਾ ਜੀ। ਆਪਾਂ ਅਵੇਸਲੇ ਹਾਂ। ਮੈਂ ਅੱਜ ਖਾਲਸਾ ਸਕੂਲ ਵਿੱਚ ਉੱਧਰ ਗਿਆ ਸਾਂ ਤੇ ਬੱਚਿਆਂ ਨੂੰ, ਟੀਚਰਸ ਨੂੰ ਮੈਂ ਇੱਕ ਸਲਾਹ ਦਿੱਤੀ ਸੀ। ਉਹ ਸਲਾਹ ਹੈ ਕਿ ਤੁਸੀਂ 3 ਚੀਜ਼ਾਂ ਵਿਚਾਰੋ ਆਪਣੇ ਆਪਣੇ ਮਨਾਂ ਵਿੱਚ ਵੀ ਪਵਨ ਸਾਡਾ ਗੁਰੂ ਏ ਤੇ ਅਸੀਂ ਇਹਦੇ ਨਾਲ ਕਿਹੋ ਜਿਹਾ ਵਿਹਾਰ ਕਰਨਾ ਹੈ। ਪਾਣੀ ਸਾਡਾ ਪਿਤਾ ਏ, ਅਸੀਂ ਉਹਦੇ ਨਾਲ ਕਿਹੋ ਜਿਹਾ ਵਿਵਹਾਰ ਕਰਨਾ ਹੈ। ਤੇ ਧਰਤੀ ਸਾਡੀ ਮਾਂ ਏ, ਜਿਹਦੇ ਉੱਤੇ ਆਪਾਂ ਹੁਣ ਬੈਠੇ ਆ ਨਾ ਜੀ, ਇਹ ਆਪਣੀ ਮਾਂ ਏ। ਸੱਕੀ ਮਾਂ ਅਸਲ 'ਚ ਇਹ ਹੋਈ ਏ, ਇਹੋ ਹੀ ਸਾਡੀ ਜਨਮਦਾਤਾ ਏ। ਇਸ ਧਰਤੀ ਤੋਂ ਹੀ ਸਾਡਾ ਜਨਮ ਹੋਇਆ ਹੈ ਤੇ ਮਰਨ ਤੋਂ ਬਾਅਦ ਸਾਡੇ ਇਸ ਸਰੀਰ ਨੇ ਇਸ ਧਰਤੀ ਵਿੱਚ ਹੀ ਰਲ ਮਿਲ ਜਾਣਾ ਹੈ। ਇਹ ਸਾਡੀ ਸੱਚੀ ਮਾਂ ਹੈ। ਸਾਨੂੰ ਜਨਮ ਦਿੰਦੀ, ਸਾਨੂੰ ਸਾਰੀ ਜ਼ਿੰਦਗੀ ਸਾਡੀ ਪਾਲਣਾ ਕਰਦੀ ਤੇ ਮਰਨ ਤੋਂ ਬਾਅਦ ਸਾਡੀ ਮਿੱਟੀ ਨੂੰ ਵੀ ਇਹ ਸੰਭਾਲਦੀ। ਇਹ ਸਾਡੀ ਸੱਚੀ ਮਾਂ ਧਰਤੀ ਹੈ। ਸੋ ਇਹ 3 ਚੀਜ਼ਾਂ ਤੁਸੀਂ ਜੇ ਵਿਚਾਰੋ ਕਦੀ ਇਕੱਲੇ ਬੈਠ ਕੇ ਜਾਂ ਸੰਗਤ ਵਿੱਚ ਬੈਠ ਕੇ ਜਾਂ ਆਪਣੇ ਪਰਿਵਾਰ ਵਿੱਚ ਬੈਠ ਕੇ, ਵੀ ਅਸੀਂ ਇਹਨਾਂ 3 ਚੀਜ਼ਾਂ ਨਾਲ ਕਿਹੋ ਜਿਹਾ ਸਲੂਕ ਕਰਨਾ ਹੈ। ਕੀ ਅਸੀਂ ਠੀਕ ਕਰ ਰਹੇ ਹਾਂ ਕਿ ਨਹੀਂ? ਜੇ ਕਿਤੇ ਅਸੀਂ ਉਕਾਈ ਕਰ ਰਹੇ ਹਾਂ ਤੇ ਫਿਰ ਸਾਨੂੰ ਸਮਝਣਾ ਚਾਹੀਦਾ, ਸਾਨੂੰ ਨਹੀਂ ਕਰਨੀ ਚਾਹੀਦੀ। ਇਹ ਚੀਜ਼ਾਂ ਜੀ ਆਪਾਂ ਧਿਆਨ ਵਿੱਚ ਲਿਆਉਣੀਆਂ ਨੇ, ਤਾਂ ਹੀ ਆਪਣਾ ਇਹ ਸੰਗਤ ਕਰਨ ਦਾ ਲਾਭ ਹੈ, ਤਾਂ ਹੀ ਆਪਾਂ ਸੱਚੇ ਗੁਰੂ ਦੇ ਸਿੱਖ ਅਖਵਾਵਾਂਗੇ, ਤਾਂ ਹੀ ਆਪਾਂ ਆਪਣੇ ਮਨ ਨਾਲ ਸੱਚੇ ਹੋ ਪਾਵਾਂਗੇ। ਗੁਰਬਾਣੀ ਕੋ ਹਿਰਦੈ ਵਿਚਾਰੋ, ਇਹ ਸੱਚੀ ਗੁਰੂ ਸਾਹਿਬ ਨੇ ਪਾਠ ਕਰਨ ਲਈ ਨਹੀਂ ਸੀ ਦਿੱਤੀ ਗੁਰਬਾਣੀ ਆਪਾਂ ਨੂੰ। ਮੇਰੀ ਗਲਤੀ, ਤੁਸੀਂ ਮੈਨੂੰ ਖਿਮਾ ਕਰਨਾ। ਇਹ ਸੱਚੀ ਪਾਠਾਂ ਵਾਸਤੇ ਨਹੀਂ ਸੀ ਗੁਰਬਾਣੀ ਦਿੱਤੀ, ਜਿਹਨੂੰ ਅਸੀਂ ਬਿਜ਼ਨਸ ਬਣਾ ਲਿਆ। ਇਹ ਤੇ ਸੀ ਤੁਸੀਂ ਆਪ ਪੜ੍ਹੋ, ਇਹਨੂੰ ਵਿਚਾਰੋ, ਇਹਨੂੰ ਸਮਝੋ, ਇਹਨੂੰ ਜੀਵਨ ਵਿੱਚ ਅਪਣਾਓ। ਇਹ ਤੇ ਇੱਕ ਬੜਾ ਸੁੰਦਰ ਗਾਡੀ ਰਸਤਾ ਸੀ। ਗਾਡੀ ਰਸਤੇ ਦਾ ਮਤਲਬ ਹੁੰਦਾ ਹਾਈਵੇ। ਇੰਨਾ ਸੋਹਣਾ ਰਸਤਾ ਗੁਰੂ ਸਾਹਿਬ ਨੇ ਸਾਨੂੰ ਵਿਖਾਇਆ। ਇੱਕ ਜੀਵਨ ਮਾਰਗ ਹੈ, ਸੁਚੱਜਾ ਰਸਤਾ ਹੈ, ਜੀਵਨ ਜਿਉਣ ਦਾ ਇੱਕ ਢੰਗ ਹੈ। ਸੋ ਆਪਾਂ ਇਸ ਨੂੰ ਸਮਝੀਏ। ਗੁਰਬਾਣੀ ਕੋ ਹਿਰਦੈ ਵਿਚਾਰੋ, ਇਹ ਬਚਨ ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਆਖੇ ਤੇ ਭਾਈ ਸੰਤੋਖ ਸਿੰਘ ਜੀ ਨੇ ਇਹ ਬਚਨ ਲਿਖੇ ਨੇ। ਸੋ ਆਪਾਂ ਇਹਨਾਂ ਚੀਜ਼ਾਂ ਨੂੰ ਸਮਝ ਕੇ ਜੀਵਨ ਵਿੱਚ ਜ਼ਰੂਰ ਅਪਣਾਈਏ। ਗੁਰੂ ਗ੍ਰੰਥ ਸਾਹਿਬ ਜੀ ਆਪਣੇ ਗੁਰੂ ਨੇ। 1708 ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਐਲਾਨ ਕੀਤਾ ਸੀ, ਹੁਣ ਸਾਨੂੰ ਕੋਈ ਸਰੀਰ ਗੁਰੂ ਬਣਾਉਣ ਦੀ ਜ਼ਰੂਰਤ ਨਹੀਂ। ਸਰੀਰਾਂ ਕੋਲ ਜਾਣ ਦੀ ਲੋੜ ਹੈ, ਮਹਾਂਪੁਰਸ਼ਾਂ ਕੋਲ ਬੈਠਣ ਦੀ ਲੋੜ ਹੈ, ਚੰਗੀਆਂ ਸਿੱਖਿਆਵਾਂ ਸੁਣਨ ਤੇ ਸਮਝਣ ਦੀ ਲੋੜ ਹੈ। ਉਸ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰਨਾ, ਸੰਗਤ ਜ਼ਰੂਰ ਕਰਨੀ ਹੈ, ਪਰ ਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੇ। ਬਸ ਇਹ ਗੱਲ ਆਪਾਂ ਪੱਕੀ ਆਪਣੇ ਮਨ ਵਿੱਚ ਬਿਠਾ ਲਈਏ। ਆਪਾਂ ਜੀ ਜਦੋਂ ਗੁਰਦੁਆਰੇ ਆਉਂਦੇ, ਆਪਾਂ ਕਈਆਂ ਥਾਵਾਂ ਤੇ ਮੱਥਾ ਟੇਕਦੇ ਹਾਂ। ਪਿੱਛੇ ਜੇ ਆਖਿਆ ਕਿ ਮੈਂ ਮੱਥੇ ਟੇਕਣ ਤੋਂ ਰੋਕਦਾ ਹਾਂ, ਮੈਂ ਨਹੀਂ ਜੀ ਕਿਸੇ ਨੂੰ ਰੋਕਦਾ। ਮੈਂ ਤੇ ਕਹਿੰਦਾ ਠੀਕ ਢੰਗ ਨਾਲ ਮੱਥਾ ਟੇਕੋ। ਰੋਕਣਾ ਮੈਂ ਕਾਹਨੂੰ ਹੈ? ਮੈਂ ਤੇ ਆਪ ਗੁਰੂ ਮਹਾਰਾਜ ਜੀ ਨੂੰ ਮੱਥਾ ਟੇਕਦਾ।
ਅਸੀਂ ਕਦੀ ਕਿਸੇ ਕੰਧ ਨੂੰ ਹੱਥ ਲਾ ਕੇ ਮੱਥੇ ਨੂੰ ਲਾਉਂਦੇ ਆ, ਕਦੀ ਪੌੜੀਆਂ ਨੂੰ ਹੱਥ ਲਾ ਕੇ ਮੱਥੇ ਨੂੰ ਲਾਉਂਦੇ ਆ, ਕਦੀ ਬਾਹਰ ਉਹ ਸੰਗਤ ਦੇ ਜੋੜੇ ਨੇ ਉਹਨਾਂ ਨੂੰ ਹੱਥ ਲਾ ਲਾ ਮੱਥੇ ਤੇ ਲਾਉਂਦੇ ਆ। ਮੱਥਾ ਪਤਾ ਕਿਹਨੂੰ ਟੇਕਣਾ? ਸ਼ਬਦ ਨੂੰ। ਮੱਥਾ ਕਿਸੇ ਹੋਰ ਨੂੰ ਨਹੀਂ ਟੇਕਣਾ। ਆਪਣੇ ਬਜ਼ੁਰਗਾਂ ਨੂੰ ਜ਼ਰੂਰ ਟੇਕਿਆ ਕਰੋ, ਉਹਨਾਂ ਦੇ ਪੈਰੀਂ ਹੱਥ, ਗੋਡਿਆਂ ਨੂੰ ਹੱਥ ਜ਼ਰੂਰ ਲਾਇਆ ਕਰੋ ਬਜ਼ੁਰਗਾਂ ਦੇ। ਪਰ ਗੁਰੂ ਜਾਣ ਕੇ ਮੱਥਾ ਟੇਕਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ। ਸੋ ਕਈ ਚੀਜ਼ਾਂ ਜੀ ਰਾਖਵੀਆਂ ਹੁੰਦੀਆਂ ਨੇ, ਜਿਵੇਂ ਅਸੀਂ ਆਪਣੇ ਪਰਿਵਾਰ 'ਚ ਹਾਂ ਤੇ ਜਿਹੜਾ ਵੱਡਾ ਆਦਮੀ ਹੁੰਦਾ ਸਾਰੇ ਪਰਿਵਾਰ ਵਿੱਚ, ਸਾਰਾ ਪਰਿਵਾਰ ਉਹਦੀ ਇੱਜ਼ਤ ਮਾਣ ਕਰਦਾ ਹੈ, ਉਹਦੇ ਲਈ ਕੁਝ ਚੀਜ਼ਾਂ ਰਾਖਵੀਆਂ ਹੁੰਦੀਆਂ ਨੇ। ਇੱਥੇ ਬਾਪੂ ਜੀ ਬੈਠਣਗੇ, ਇੱਥੇ ਸਾਡੇ ਬਜ਼ੁਰਗਾਂ ਨੇ ਸੌਣਾ ਹੈ, ਇਹ ਸਾਡੇ ਬਜ਼ੁਰਗਾਂ ਦੀ ਖਾਣ ਵਾਸਤੇ ਜਗ੍ਹਾ ਹੈ, ਅਸੀਂ ਉਹਨਾਂ ਲਈ ਰਾਖਵੀਆਂ ਰੱਖਦੇ ਹਾਂ। ਉਸ ਜਗ੍ਹਾ ਤੇ ਕੋਈ ਹੋਰ ਨਹੀਂ ਬੈਠਦਾ, ਉਹਨਾਂ ਥਾਵਾਂ ਨੂੰ ਕੋਈ ਹੋਰ ਜਣਾ ਇਸਤੇਮਾਲ ਨਹੀਂ ਕਰਦਾ ਵੀ ਨਹੀਂ ਵੀ ਇਹ ਸਾਡੇ ਬਾਪੂ ਜੀ ਦੀ ਜਗ੍ਹਾ ਹੈ। ਮੱਥਾ ਕੇਵਲ ਸਾਡੇ ਬਾਪੂ ਜੀ ਲਈ ਹੈ, ਹੋਰ ਕਿਸੇ ਲਈ ਨਹੀਂ। ਸਾਡੇ ਬਾਪੂ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਇਹ ਮੱਥਾ ਉਹਨਾਂ ਲਈ ਰਾਖਵਾਂ ਹੈ, ਰਾਖਵਾਂ। ਇਹ ਚੰਦੋਆ, ਚੌਰ ਸਾਹਿਬ, ਉੱਚਾ ਥੜਾ, ਇਹ ਗੁਰੂ ਗ੍ਰੰਥ ਸਾਹਿਬ ਜੀ ਲਈ ਹੈ। ਇਹ ਕਿਸੇ ਹੋਰ ਵਿਅਕਤੀ ਲਈ ਨਹੀਂ ਕਦੇ ਵੀ ਹੋ ਸਕਦਾ। ਸਿੱਖ ਸਮਾਜ ਦੇ ਅੰਦਰ ਇਹ ਚੀਜ਼ਾਂ ਗੁਰੂ ਮਹਾਰਾਜ ਲਈ ਰਾਖਵੀਆਂ ਨੇ। ਸੋ ਆਪਾਂ ਇਹਨਾਂ ਚੀਜ਼ਾਂ ਵੱਲ ਜ਼ਰੂਰ ਧਿਆਨ ਦਿਆ ਕਰੀਏ, ਤਾਂ ਹੀ ਅਸੀਂ ਇੱਕ ਤੇ ਸੱਚੇ ਅਰਥਾਂ ਵਿੱਚ ਗੁਰੂ ਮਹਾਰਾਜ ਦਾ ਸਤਿਕਾਰ ਕਰ ਪਾਵਾਂਗੇ, ਤੇ ਦੂਜਾ ਅਸੀਂ ਸੱਚੇ ਅਰਥਾਂ ਵਿੱਚ ਗੁਰੂ ਮਹਾਰਾਜ ਜੀ ਕੋਲੋਂ ਕੁਝ ਸਿੱਖ ਸਕਾਂਗੇ। ਸੋ ਆਓ ਹੁਣ ਥੋੜ੍ਹਾ ਜਿਹਾ ਸਮਾਂ ਆਪਾਂ ਆਪਣੇ ਉਸ ਟੌਪਿਕ ਵੱਲੇ ਧਿਆਨ ਲੈ ਜਾਈਏ ਜਿਹੜਾ ਆਪਾਂ ਸ਼ੁੱਕਰਵਾਰ ਆਰੰਭਿਆ ਸੀ, ਤੇ ਉਹ ਟੌਪਿਕ ਸੀ ਆਪਣਾ ਜੋ ਤੁਧ ਭਾਵੈ। ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਮੈਂ ਇੱਕ ਗੱਲ ਆਖਣਾ ਚਾਹਾਂਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਗੱਦੀ ਦਿਵਸ ਆਪ ਸਾਰੀ ਸੰਗਤ ਨੂੰ ਮੁਬਾਰਕ ਹੋਵੇ, ਤੇ ਆਪਾਂ ਕੋਸ਼ਿਸ਼ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੱਚੇ ਸਿੱਖ ਬਣੀਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਖਦੇ ਨੇ ਜੋ ਤੁਧ ਭਾਵੈ ਸਾਈ ਭਲੀ ਕਾਰ। ਸੋ ਅਸੀਂ ਇਹਦੇ ਤੇ ਸ਼ੁੱਕਰਵਾਰ ਥੋੜ੍ਹਾ ਜਿਹਾ ਸਮਾਂ ਗੱਲਬਾਤ ਕੀਤੀ ਸੀ, ਤੇ ਅੱਜ ਥੋੜ੍ਹਾ ਜਿਹਾ ਹੋਰ ਗੱਲ ਅੱਗੇ ਤੋਰਦੇ ਹਾਂ। ਇਹ ਜਪਜੀ ਸਾਹਿਬ ਜੀ ਦੀ ਪੌੜੀ ਨੰਬਰ 16 ਤੋਂ ਲੈ ਕੇ 19 ਤੱਕ ਜਿਹੜੀਆਂ ਚਾਰ ਪੌੜੀਆਂ ਦੀਆਂ ਅਖੀਰਲੀਆਂ ਪੰਕਤੀਆਂ ਨੇ, ਉਹ ਇਹੋ ਹੀ ਨੇ, ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਵੀ ਹੇ ਵਾਹਿਗੁਰੂ, ਇੱਕ ਤੇ ਤੂੰ ਆਕਾਰ ਰਹਿਤ ਹੈ, ਤੇਰਾ ਕੋਈ ਆਕਾਰ ਨਹੀਂ। ਦੂਜਾ ਤੂੰ ਸਦਾ ਰਹਿਣ ਵਾਲਾ ਹੈ, ਤੂੰ ਕਦੀ ਬਿਨਸਦਾ ਨਹੀਂ। ਜਿੰਨੇ ਆਕਾਰ ਨੇ ਬਿਨਸਣ ਵਾਲੇ ਨੇ, ਤੇ ਨਿਰ ਆਕਾਰ ਜਿਹੜਾ ਉਹ ਸਦਾ ਰਹਿਣ ਵਾਲਾ ਹੈ। ਇਹਨਾਂ ਚਾਰਾਂ ਪੌੜੀਆਂ ਦੇ ਵਿੱਚ ਗੁਰੂ ਜੀ ਨੇ ਪਹਿਲਾ ਜਿਹੜਾ ਬਚਨ ਕੀਤਾ, ਉਹ ਕੀਤਾ ਹੈ ਕਿ ਸਿੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ, ਜਿਸ ਨੂੰ ਉਹਨਾਂ ਨੇ ਪੰਚ ਆਖਿਆ। ਉਹ ਪੰਚ ਉਹੋ ਹੀ ਹੈ ਜੀ, ਜਿਹੜਾ ਆਪਣੇ ਮਨ ਵਿੱਚ ਪੱਕੇ ਤੌਰ ਤੇ ਗੱਲ ਬਿਠਾ ਲਵੇ ਕਿ ਹੇ ਵਾਹਿਗੁਰੂ, ਜੋ ਤੈਨੂੰ ਚੰਗਾ ਲੱਗਦਾ ਹੈ ਮੇਰੇ ਲਈ ਉਹ ਹੀ ਚੰਗਾ ਹੈ। ਮੈਂ ਆਪਣੀ ਮਰਜ਼ੀ ਅੱਜ ਤੋਂ ਨਹੀਂ ਕਰਾਂਗਾ। ਇਹ ਨਹੀਂ ਕਿ ਮੈਂ ਕਿਰਤ ਨਹੀਂ ਕਰਾਂਗਾ, ਮੈਂ ਧਰਮ ਦੀ ਕਿਰਤ ਕਰਾਂਗਾ, ਮੈਂ ਮਿਹਨਤ ਕਰਾਂਗਾ, ਮੈਂ ਮਸ਼ੱਕਤ ਘਾਲਾਂਗਾ, ਮੈਂ ਤੁਹਾਡੇ ਆਖੇ ਲਾ ਕੇ ਅੰਮ੍ਰਿਤ ਵੇਲੇ ਉੱਠਾਂਗਾ, ਮੈਂ ਤੁਹਾਡਾ ਬਚਨ ਮੰਨ ਕੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਾਂਗਾ, ਮੈਂ ਤੁਹਾਡਾ ਬਚਨ ਮੰਨ ਕੇ ਗੁਰਬਾਣੀ ਆਪ ਪੜਾਂਗਾ, ਤੁਹਾਡਾ ਬਚਨ ਮੰਨ ਕੇ ਮੈਂ ਗੁਰਬਾਣੀ ਦੀ ਵਿਚਾਰ ਵੀ ਆਪ ਕਰਿਆ ਕਰਾਂਗਾ। ਇਹ ਉਸ ਮਾਲਕ ਨੂੰ ਚੰਗਾ ਲੱਗਦਾ ਹੈ, ਤੇ ਮੇਰੇ ਲਈ ਇਹੋ ਹੀ ਗੱਲਾਂ ਚੰਗੀਆਂ ਨੇ ਜੋ ਮੇਰੇ ਗੁਰੂ ਨੂੰ ਚੰਗੀਆਂ ਲੱਗਦੀਆਂ ਨੇ। ਸੋ ਇਹ ਗੱਲ ਜਿਨ੍ਹਾਂ ਨੇ ਮੰਨ ਲਈ ਉਹ ਪੰਚ ਬਣ ਗਏ ਜੀ, ਪੰਚ। ਤੇ ਗੁਰੂ ਜੀ ਨੇ ਆਖਿਆ ਇਹੋ ਜਿਹੇ ਜਿਹੜੇ ਪੰਚ ਹੁੰਦੇ ਨੇ ਉਹ ਪ੍ਰਵਾਨ ਹੁੰਦੇ ਨੇ। ਪ੍ਰਵਾਨ ਕਿੱਥੇ ਹੁੰਦੇ ਨੇ? ਵਾਹਿਗੁਰੂ ਜੀ ਦੇ ਦਰ ਤੇ। ਤੇ ਵਾਹਿਗੁਰੂ ਜੀ ਦਾ ਦਰ ਕਿਹੜਾ ਏ? ਇਹ ਸਮੁੱਚਾ ਬ੍ਰਹਿਮੰਡ, ਇਹ ਧਰਤੀ ਵੀ ਉਹਦਾ ਹੀ ਦਰ ਏ। ਉਹਨਾਂ ਪੰਜ ਜਨਾਂ ਨੂੰ ਲੋਕ ਇੱਜ਼ਤ ਮਾਣ ਦਿੰਦੇ ਨੇ। ਆਪਾਂ ਵੇਖਿਆ ਹੈ ਕਿ
ਜਿਹੜੇ ਪੰਚ ਜਨ ਹੋਏ ਨੇ, ਜਿਵੇਂ ਬਾਬਾ ਅਤਰ ਸਿੰਘ ਜੀ ਹੋਰੀ, ਉਸ ਤੋਂ ਪਹਿਲਾਂ ਹੋਰ ਕਈ ਮਹਾਂਪੁਰਸ਼ ਹੋਏ ਨੇ, ਅੱਜ ਦੀ ਦੁਨੀਆ ਵਿੱਚ ਵੀ ਕਈ ਮਹਾਂਪੁਰਸ਼ ਨੇ, ਜਿਵੇਂ ਰਘਬੀਰ ਸਿੰਘ ਬੀਰ ਜੀ ਹੋਰੀ। ਇਹੋ ਜਿਹੇ ਜਿਹੜੇ ਮਹਾਂਪੁਰਸ਼ ਨੇ, ਦੁਨੀਆ ਜਦੋਂ ਤੱਕ ਰਹੇਗੀ ਲੋਕ ਉਹਨਾਂ ਨੂੰ ਯਾਦ ਕਰਨਗੇ। ਭਾਈ ਲਹਿਣਾ ਜੀ ਪੰਚ ਨਾ ਬਣ ਗਏ, ਜਦੋਂ ਉਹ ਆਏ ਸਨ ਗੁਰੂ ਨਾਨਕ ਸਾਹਿਬ ਦੀ ਸੰਗਤ ਵਿੱਚ, ਉਦੋਂ ਉਹਨਾਂ ਦਾ ਕੀ ਹਾਲ ਸੀ। ਉਹ ਤੇ ਦੇਵੀ ਦੇ ਪੁਜਾਰੀ ਸਨ ਤੇ ਦੇਵੀ ਦੀਆਂ ਭੇਟਾਂ ਗਾਉਂਦੇ ਸਨ ਤੇ ਉੱਥੇ ਹੀ ਜਾਂਦੇ ਸਨ ਪਏ। ਚਲੋ ਰਾਹ ਵਿੱਚ ਮਨ ਬਣਿਆ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਚੱਲਦੇ ਹਾਂ। ਗੁਰੂ ਮਹਾਰਾਜ ਦੇ ਦਰਸ਼ਨ ਐਸੇ ਕੀਤੇ, ਬਚਨ ਬਲਾਸ ਐਸੇ ਸੁਣੇ, ਅੱਗੇ ਜਾਣਾ ਭੁੱਲ ਹੀ ਗਿਆ। ਫਿਰ ਉੱਥੇ ਹੀ ਰਹਿ ਗਏ ਤੇ ਗੁਰੂ ਜੀ ਦੀ ਸਿੱਖਿਆ ਨੂੰ ਪਾ ਕੇ ਉਹ ਪੰਚ ਬਣ ਗਏ ਤੇ ਉਹ ਗੁਰੂ ਮਹਾਰਾਜ ਦੇ ਦਰ ਤੇ ਪ੍ਰਵਾਨ ਹੋ ਗਏ। ਪੰਚ ਜਿਹੜੇ ਨੇ ਉਹ ਇਸ ਤਰ੍ਹਾਂ ਪ੍ਰਵਾਨ ਹੋ ਜਾਂਦੇ ਨੇ, ਗੁਰੂ ਮਹਾਰਾਜ ਦੀ ਨਿਗਾਹ ਵਿੱਚ ਹੋ ਜਾਂਦੇ ਨੇ, ਪਰਮਾਤਮਾ ਦੀ ਨਿਗਾਹ ਵਿੱਚ ਹੋ ਜਾਂਦੇ ਨੇ ਤੇ ਖਲਕਤ ਦੀ ਨਿਗਾਹ ਵਿੱਚ ਵੀ ਉਹ ਪ੍ਰਵਾਨ ਹੋ ਜਾਂਦੇ ਨੇ। ਲੋਕ ਉਹਨਾਂ ਨੂੰ ਇੱਜ਼ਤ ਮਾਣ ਦਿੰਦੇ ਨੇ, ਉਹ ਪੰਚ ਬਣ ਜਾਂਦੇ ਨੇ। ਅਗਲੀਆਂ ਜਿਹੜੀਆਂ 3 ਪੌੜੀਆਂ ਨੇ, ਉਹਨਾਂ ਵਿੱਚ ਗੁਰੂ ਜੀ ਨੇ ਕੁਦਰਤ ਦੀ ਗੱਲ ਕੀਤੀ ਹੈ। ਉਸ ਕੁਦਰਤ ਵਿੱਚ ਉਸ ਮਾਲਕ ਨੇ ਕੀ ਕੁਝ ਬਣਾਇਆ ਹੈ ਉਹਦੀ ਗੱਲ ਕੀਤੀ ਹੈ। ਜਿਵੇਂ ਅਸੰਖ ਜਪ ਅਸੰਖ ਭਾਓ, ਜਿਵੇਂ ਅਸੰਖ ਮੂਰਖ ਅੰਧ ਘੋਰ, ਜਿਵੇਂ ਅਸੰਖ ਨਾਮ ਅਸੰਖ ਥਾਮ। ਇਹ ਸਾਰੇ ਬਚਨ ਜਿਹੜੇ ਨੇ ਜੀ, ਇਹ ਕੁਦਰਤ ਦੇ ਬਾਰੇ ਨੇ ਕਿ ਉਸ ਮਾਲਕ ਨੇ ਇਸ ਕੁਦਰਤ ਦੇ ਵਿੱਚ ਕੀ ਕੁਝ ਪੈਦਾ ਕੀਤਾ ਹੈ, ਕੀ ਕੁਝ ਬਣਾਇਆ ਹੈ। ਸੋ ਅਸੀਂ ਸਮਝ ਸਕਦੇ ਹਾਂ ਕਿ ਜਿਹੜੀ ਕੁਦਰਤ ਹੈ ਨਾ ਜੀ, ਇਹ ਵਾਹਿਗੁਰੂ ਜੀ ਦਾ ਬਣਾਇਆ ਹੋਇਆ ਇੱਕ ਖੇਲ ਹੈ, ਹੋਰ ਇਹ ਕੁਝ ਨਹੀਂ। ਇੱਕ ਤਮਾਸ਼ਾ, ਇੱਕ ਨਾਟਕ ਚੱਲ ਰਿਹਾ ਹੈ। ਗੁਰੂ ਮਹਾਰਾਜ ਨੇ ਪਵਿੱਤਰ ਬਾਣੀ 'ਚ ਲਿਖਿਆ, ਮੇਰਾ ਪ੍ਰਭ ਸਾਚੈ ਇੱਕ ਖੇਲ ਰਚਾਇਆ। ਮੇਰੇ ਸੱਚੇ ਪ੍ਰਭੂ ਵਾਹਿਗੁਰੂ ਜੀ ਨੇ ਇੱਕ ਤਮਾਸ਼ਾ ਰਚਿਆ, ਇੱਕ ਖੇਲ ਬਣਾਇਆ, ਇਹ ਕੁਦਰਤ ਵਾਲਾ। ਉਹਦੇ ਵਿੱਚ ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਉਸ ਕੁਦਰਤ ਵਿੱਚ ਤੁਸੀਂ ਅਰਬਾਂ ਖਰਬਾਂ ਲੋਕ ਹੋ ਗੁਜ਼ਰੇ ਨੇ, ਹੁਣ ਵੀ ਹਨ, ਅੱਗੇ ਵੀ ਹੋਣਗੇ। ਕੋਈ ਵੀ ਕਿਸੇ ਵਰਗਾ ਨਹੀਂ। ਨਾ ਹਰ ਇੱਕ ਦੀ ਸੋਚ ਵਿਚਾਰ ਇੱਕੋ ਜਿਹੀ ਹੈ, ਨਾ ਹਰ ਇੱਕ ਦਾ ਫੇਸ ਯਾਨੀ ਮੁਹਾਂਦਰਾ ਇੱਕੋ ਜਿਹਾ ਹੈ। ਆ ਛੋਟਾ ਜਿਹਾ ਅੰਗੂਠਾ ਹੈ ਨਾ ਜੀ, ਇੰਨਾ ਕੁ, ਅਰਬਾਂ ਲੋਕਾਂ ਦੇ ਅੰਗੂਠੇ ਇੱਕ ਦੂਜੇ ਨਾਲ ਮੇਲ ਨਹੀਂ ਖਾਂਦੇ, ਇੰਨੇ ਕੁ ਵਿੱਚ ਹੀ ਇੰਨੇ ਫਰਕ ਨੇ। ਹੈ ਨਹੀਂ ਕਾਰਾਗਰੀ ਰੱਬ ਦੀ। ਕਿਉਂ ਨਾ ਉਹਦੇ ਅੱਗੇ ਸਾਡਾ ਸਿਰ ਝੁਕੇ, ਕਿਉਂ ਨਾ ਉਸ ਦੀ ਅਸੀਂ ਇਸ ਰਜ਼ਾ ਨੂੰ ਕਬੂਲ ਕਰ ਲਈਏ ਵੀ ਏਡਾ ਵੱਡਾ ਕਾਰੀਗਰ ਇੰਨੀ ਕੁ ਥਾਂ ਤੇ ਅਰਬਾਂ ਖਰਬਾਂ ਫਰਕ ਪਾ ਦਿੱਤੇ। ਇੱਕ ਦੂਜੇ ਦਾ ਅੰਗੂਠਾ ਦੂਜੇ ਨਾਲ ਨਹੀਂ ਮਿਲਦਾ, ਕਿਸੇ ਦਾ ਵੀ ਨਹੀਂ ਕਿਸੇ ਨਾਲ ਮਿਲਦਾ। ਇਹ ਹੈ ਕੁਦਰਤ, ਇਹ ਹੈ ਖੇਲ ਮਾਲਕ ਦਾ। ਉਹਨੇ ਕਿਸੇ ਜਿਹਾ ਦੂਜਾ ਨਹੀਂ ਬਣਾਇਆ। ਜਿਹੜਾ ਇੱਕ ਬਣਾਇਆ ਬਸ ਉਹ ਇੱਕ ਆਪਣੇ ਵਰਗਾ ਆਪ ਹੀ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਸੰਸਾਰ ਦੇ ਅੰਦਰ। ਸੋ ਗੁਰੂ ਸਾਹਿਬ ਆਖਦੇ ਨੇ ਇੱਕ ਖੇਲ ਏ, ਤੇ ਖੇਲ ਵਿੱਚ ਹੁੰਦਾ ਕੀ ਹੈ ਜੀ, 2 ਟੀਮਾਂ ਹੀ ਤੇ ਹੁੰਦੀਆਂ ਨੇ, ਤੇ ਉਹ ਤਕਰੀਬਨ ਇੱਕੋ ਜਿਹੇ ਬਲ ਵਾਲੀਆਂ ਹੁੰਦੀਆਂ ਨੇ, ਇੱਕੋ ਜਿਹੀ ਉਹਨਾਂ ਦੀ ਸਟਰੈਂਥ, ਇੱਕੋ ਜਿਹੀ ਉਹਨਾਂ ਦੀ ਗਿਣਤੀ ਹੁੰਦੀ ਹੈ ਦੋਵਾਂ ਟੀਮਾਂ ਦੀ। ਲੇਕਿਨ ਉਹਨਾਂ ਦੋਵਾਂ ਵਿੱਚੋਂ ਇੱਕ ਜਿੱਤਦੀ ਹੈ ਟੀਮ, ਇੱਕ ਹਾਰ ਜਾਂਦੀ ਹੈ। ਅਸੀਂ ਇਹ ਸਮਝ ਹੀ ਨਹੀਂ ਪਾਏ ਕਿ ਅਸੀਂ ਇੱਕ ਖੇਲ ਖੇਲ ਰਹੇ ਹਾਂ, ਇਹ ਆਪਾਂ ਸਮਝ ਹੀ ਨਹੀਂ ਪਾਏ। ਇਸ ਸੰਸਾਰ ਦੇ ਵਿੱਚ ਇਹ ਜਿਹੜੀ ਜ਼ਿੰਦਗੀ ਆਪਾਂ ਇੱਕ ਖੇਡ ਖੇਡਦੇ ਆਂ ਪਏ, ਤੇ ਜ਼ਰੂਰੀ ਨਹੀਂ ਹੁੰਦਾ ਕਿ ਸਾਡੀ ਟੀਮ ਹੀ ਜਿੱਤੇਗੀ। ਅਸੀਂ ਹਮੇਸ਼ਾ ਜਿੱਤਣ ਦੀਆਂ ਹੀ ਗੱਲਾਂ ਕਰਦੇ ਹਾਂ, ਸਾਡੀ ਟੀਮ ਕਦੇ ਹਾਰੇਗੀ ਵੀ। ਜਿੰਨੀਆਂ ਗੱਲਾਂ ਜਿੱਤਣ ਦੀਆਂ ਹੁੰਦੀਆਂ ਨਾ ਜੀ ਇਸ ਖੇਲ ਦੇ ਅੰਦਰ, ਓਨੀਆਂ ਹੀ ਗੱਲਾਂ ਹਾਰਨ ਦੀਆਂ ਹੁੰਦੀਆਂ ਨੇ। ਅਨੁਪਾਤ ਇੱਕੋ ਜਿਹਾ ਰਹਿੰਦਾ, ਉਹ ਬਦਲਦਾ ਨਹੀਂ, ਉਹਦੇ 'ਚ ਫਰਕ ਨਹੀਂ ਪੈਂਦਾ। ਉਂਝ ਸਾਡੀ ਮੂਰਖਤਾ ਹੈ ਵੀ ਜੇ ਪਾਕਿਸਤਾਨ ਦੀ ਟੀਮ ਤੋਂ ਹਿੰਦੁਸਤਾਨ ਦੀ ਟੀਮ ਹਾਰ ਜਾਏ ਕਿਸੇ ਕਾਰਨ, ਤੇ ਹਿੰਦੁਸਤਾਨ ਵਿੱਚ ਜੇ ਕੋਈ ਆਖੇ ਕਿ ਪਾਕਿਸਤਾਨ ਦੀ ਟੀਮ ਜਿੱਤ ਗਈ ਹੈ ਤੇ ਉਹ ਚੰਗਾ ਹੋ ਗਿਆ ਹੈ, ਤੇ ਉੱਥੋਂ ਦੀ ਸਰਕਾਰ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦਾ
ਮੁਕੱਦਮਾ ਦਰਜ ਕਰ ਲੈਂਦੀ ਹੈ। ਕੀ ਇਹ ਸਮਝੇ ਲੋਕ ਇਸ ਖੇਲ ਨੂੰ? ਨਹੀਂ ਨਾ ਸਮਝੇ। ਇਹ ਖੇਲ ਸੀ, ਇਹਦੇ 'ਚ ਇੱਕ ਨੇ ਹਾਰਨਾ ਸੀ, ਇੱਕ ਨੇ ਜਿੱਤਣਾ ਸੀ, ਇੱਕ ਨੇ ਜਿੱਤਣਾ, ਇੱਕ ਨੇ ਹਾਰਨਾ, ਤਾਂ ਹੀ ਤੇ ਖੇਲ ਹੈ। ਦੋਵੇਂ ਥੋੜੀ ਜਿੱਤਣਗੇ, ਦੋਵੇਂ ਥੋੜੀ ਹਾਰਨਗੇ। ਇਹ ਖੇਲ ਹੈ ਨੂੰ ਜੀ ਆਪਾਂ ਸਮਝਣਾ, ਆਪਾਂ ਉਹ ਟੀਮਾਂ ਵੱਲ ਨਹੀਂ ਧਿਆਨ ਲਿਜਾਣਾ, ਆਪਾਂ ਆਪਣੇ ਵੱਲ ਧਿਆਨ ਲਿਆਉਣਾ ਹੈ। ਅਸੀਂ ਆਪ ਇਸ ਜ਼ਿੰਦਗੀ ਦੀ ਖੇਡ ਨੂੰ, ਬਾਜੀ ਨੂੰ ਖੇਡ ਰਹੇ ਹਾਂ, ਤੇ ਜ਼ਰੂਰੀ ਨਹੀਂ ਹਰ ਵਕਤ ਅਸੀਂ ਜਿੱਤਣਾ ਹੈ। ਕਿਸੇ ਵਕਤ ਸਾਡੀ ਕੋਈ ਗੱਲ ਝੂਠੀ ਪੈ ਸਕਦੀ ਹੈ, ਕਿਸੇ ਵਕਤ ਸਾਨੂੰ ਕਿਸੇ ਅੱਗੇ ਝੁਕਣਾ ਪੈ ਸਕਦਾ ਹੈ, ਕੋਈ ਹਰਜ ਨਹੀਂ ਹੁੰਦਾ। ਇਹਦੇ 'ਚ ਕਿਹੜੀ ਮਾੜੀ ਗੱਲ ਹੈ? ਕੁਝ ਵੀ ਨਹੀਂ ਹੁੰਦਾ। ਸੋ ਇਹ ਖੇਲ ਹੈ ਇੱਕ, ਤੇ ਖੇਲ ਦੇ ਵਿੱਚ ਦੋ ਤਰ੍ਹਾਂ ਦੀਆਂ ਚੀਜ਼ਾਂ ਵਾਹਿਗੁਰੂ ਜੀ ਨੇ ਪੈਦਾ ਕੀਤੀਆਂ ਨੇ, ਚੰਗੀਆਂ। ਅਸਲ ਵਿੱਚ ਵਾਹਿਗੁਰੂ ਜੀ ਨੇ ਸਾਰੀਆਂ ਹੀ ਚੰਗੀਆਂ ਕੀਤੀਆਂ, ਉਹਨੇ ਮਾੜੀ ਕੋਈ ਚੀਜ਼ ਨਹੀਂ ਪੈਦਾ ਕੀਤੀ। ਲੇਕਿਨ ਕੁਝ ਚੀਜ਼ਾਂ ਸਾਨੂੰ ਮਾੜੀਆਂ ਲੱਗਦੀਆਂ ਨੇ। ਜਿਵੇਂ ਅਸੀਂ ਇੱਕ ਕੋਇਨ ਦੇ ਦੋ ਪਾਸੇ ਮਿਥ ਲਏ ਨੇ ਨਾ ਜੀ, ਆਪ ਹੀ ਤੇ ਆਪਾਂ ਮਿੱਥੇ ਨੇ। ਇੱਕ ਨੂੰ ਆਪਾਂ ਸਿੱਧਾ ਪਾਸਾ ਮਿਥ ਲਿਆ, ਇੱਕ ਨੂੰ ਆਪਾਂ ਪੁੱਠਾ ਪਾਸਾ ਮਿਥ ਲਿਆ। ਇਹ ਆਪਣੀ ਸੋਚ ਹੈ। ਕੋਇਨ ਦੇ ਦੋਵੇਂ ਪਾਸੇ ਇੱਕੋ ਜਿਹੇ ਨੇ, ਕੋਈ ਵੀ ਫਰਕ ਨਹੀਂ। ਚਾਹੇ ਤੁਸੀਂ ਸਿੱਧੇ ਪਾਸਿਓਂ ਜਾ ਕੇ ਬੈਂਕ ਵਾਲੇ ਨੂੰ ਫੜਾ ਦਿਓ, ਚਾਹੇ ਪੁੱਠੇ ਪਾਸਿਓਂ ਫੜਾ ਦਿਓ, ਉਹਦੀ ਵੈਲਿਊ ਉਹੋ ਹੀ ਰਹਿਣੀ ਜੋ ਹੈ ਉਸ ਸਿੱਕੇ ਦੀ, ਉਹ ਨਹੀਂ ਬਦਲਦੀ। ਇਹ ਜਿਹੜਾ ਪੁੱਠਾ ਤੇ ਸਿੱਧਾ ਪਾਸਾ ਆਪਾਂ ਬਣਾ ਲਿਆ ਹੈ, ਨਹੀਂ। ਪਰਮੇਸ਼ਵਰ ਨੇ ਇੱਕੋ ਜਿਹਾ ਸਭ ਕੁਝ ਬਣਾਇਆ ਹੈ। ਤੇ ਅਸੀਂ ਕਹਿੰਦੇ ਹਾਂ ਕਿ ਇੱਕ ਪਾਸੇ ਉਹਨੇ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ ਪੈਦਾ ਕੀਤੇ, ਤੇ ਦੂਜੇ ਪਾਸੇ ਉਹਨੇ ਅਸੰਖ ਮੂਰਖ, ਅੰਧ ਘੋਰ, ਅਸੰਖ ਚੋਰ, ਹਰਾਮ ਖੋਰ, ਅਸੰਖ ਉਹ ਗਲਵੱਡ ਹੱਤਿਆ ਕਮਾਉਣ ਵਾਲੇ ਉਹ ਪੈਦਾ ਕੀਤੇ। ਅਸਲ 'ਚ ਉਹ ਕੋਇਨ ਦਾ ਦੂਜਾ ਪਾਸਾ ਹੈ, ਹੋਰ ਕੁਝ ਵੀ ਨਹੀਂ। ਉਹਨਾਂ ਨੇ ਵੀ ਇੱਥੇ ਹੀ ਰਹਿਣਾ ਹੈ, ਉਹਨਾਂ ਨੇ ਕਿਤੇ ਨਹੀਂ ਜਾਣਾ। ਉਹ ਸਾਡੀ ਇਸ ਸੰਸਥਾ ਜਿਹੜੀ ਮਾਨਵ ਰੂਪੀ ਸੰਸਥਾ ਹੈ, ਉਹਦੇ ਮੈਂਬਰ ਹਨ। ਉਹ ਵੀ, ਉਹਨਾਂ ਨੇ ਕਿਤੇ ਨਹੀਂ ਜਾਣਾ, ਉਹ ਵੀ ਇੱਥੇ ਰਹਿਣਗੇ। ਤੇ ਸਾਨੂੰ ਚਾਹੀਦਾ ਉਹਨਾਂ ਨੂੰ ਬਰਦਾਸ਼ਤ ਕਰੀਏ, ਆਪਾਂ ਲੋਕ ਕਰਨਾ ਚਾਹੀਦਾ। ਤੇ ਹੌਲੀ ਹੌਲੀ ਗੁਰੂ ਦੀ ਮੱਤ ਉਹਨਾਂ ਤੱਕ ਪਹੁੰਚਾਉਣੀ ਚਾਹੀਦੀ ਹੈ। ਜਿਵੇਂ ਜਿਵੇਂ ਉਹਨਾਂ ਤੱਕ ਆਪਾਂ ਗੁਰੂ ਦੀ ਮੱਤ, ਗੁਰੂ ਦੀ ਸਿੱਖਿਆ ਪਹੁੰਚਾਵਾਂਗੇ, ਹੋ ਸਕਦਾ ਉਹ ਵੀ ਚੰਗੇ ਹੋ ਜਾਣ, ਉਹ ਵੀ ਸਿੱਧੇ ਪਾਸੇ ਦੇ ਮਾਲਕ ਬਣ ਜਾਣ। ਆਪਾਂ ਕਿਹੜੇ ਪਹਿਲੇ ਦਿਨ ਤੋਂ ਸਿੱਧੇ ਹੀ ਸਾਂ? ਆਪਾਂ ਆਪਣੇ ਵੱਲ ਧਿਆਨ ਲਿਜਾਈਏ ਨਾ, ਕਿਸੇ ਵੱਲ ਕਿਉਂ ਵੇਖਣਾ? ਕਿਹੜੇ ਕਿਹੜੇ ਉਪੱਦਰ ਆਪਾਂ ਨਹੀਂ ਕੀਤੇ। ਮੈਂ ਤੁਹਾਨੂੰ ਨਹੀਂ ਜੀ ਕਹਿੰਦਾ, ਮੈਂ ਤੇ ਆਪਣੀ ਗੱਲ ਕਰਦਾ। ਜਦੋਂ ਅਸੀਂ ਇਹ ਸਭ ਕੁਝ ਆਪ ਕੀਤਾ ਹੋਇਆ ਹੈ, ਤੇ ਚਲੋ ਸਾਨੂੰ ਗੁਰੂ ਦੀ ਸਿੱਖਿਆ ਮਿਲ ਗਈ। ਮੈਂ ਇਸੇ ਲਈ ਤੇ ਗੁਰੂ ਨਾਨਕ ਸਾਹਿਬ ਤੋਂ ਬਾਰ-ਬਾਰ ਵਾਰਨੇ ਜਾਂਦਾ ਰਹਿਣਾ ਕਿ ਸੱਚੇ ਪਾਤਸ਼ਾਹ, ਜੇ ਤੁਸੀਂ ਨਾ ਮੇਰੇ ਜੀਵਨ 'ਚ ਆਉਂਦੇ ਤੇ ਕੀ ਬਣਦਾ? ਗਰਕ ਜਾਣਾ ਸੀ ਬੇੜਾ, ਹੋਰ ਕੁਝ ਨਹੀਂ ਸੀ ਹੋਣਾ। ਤੇ ਜਦੋਂ ਉਹਨਾਂ ਦੇ ਜੀਵਨ ਵਿੱਚ ਗੁਰੂ ਨਾਨਕ ਚਲੇ ਜਾਣਗੇ, ਤੇ ਉਹਨਾਂ ਦਾ ਵੀ ਭਲਾ ਹੋ ਜਾਏਗਾ, ਉਹਨਾਂ ਦਾ ਪਾਸਾ ਵੀ ਸਿੱਧਾ ਹੋ ਜਾਏਗਾ। ਜਿਵੇਂ ਆਪਣੇ ਤੱਕ ਕਿਸੇ ਵਿਅਕਤੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪਹੁੰਚਾਇਆ ਸੀ, ਅਸੀਂ ਆਪ ਨਹੀਂ ਪਹੁੰਚੇ। ਕਿਸੇ ਵਿਅਕਤੀ ਨੇ, ਕਿਸੇ ਗਿਆਨੀ ਸੱਜਣ ਨੇ ਮੇਰੇ ਤੱਕ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਪਹੁੰਚਾਈ, ਸਮਝ ਪੈ ਗਈ, ਤੇ ਆਪਾਂ ਪਾਸਾ ਸਿੱਧਾ ਅਖਤਿਆਰ ਕਰ ਲਿਆ। ਐਵੇਂ ਉਹ ਵੀ ਲੋਕ ਕਰ ਲੈਣਗੇ। ਸੋ ਆਪਣਾ ਇਹ ਜੀ ਇੱਕ ਫਰਜ਼ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਮੱਤ ਨੂੰ ਦੂਜਿਆਂ ਤੱਕ ਪਹੁੰਚਾਈਏ। ਤੇ ਹਮੇਸ਼ਾ ਇਹ ਸੋਚੀਏ ਮਨ ਵਿੱਚ, ਜੋ ਕੀਨੀ ਕਰਤਾਰ ਸਾਈ ਭਲੀ ਗੱਲ। ਜੋ ਵਾਹਿਗੁਰੂ ਜੀ ਨੇ ਕੁਦਰਤ ਵਿੱਚ ਬਣਾਇਆ, ਜੋ ਸਾਡੀ ਜ਼ਿੰਦਗੀ ਵਿੱਚ ਵਾਪਰ ਰਿਹਾ, ਜੋ ਕੁਝ ਹੋ ਰਿਹਾ ਹੈ, ਉਹ ਭਲਾ ਹੀ ਹੈ, ਬੁਰਾ ਕੁਝ ਵੀ ਨਹੀਂ। ਬੁਰਾ ਨਹੀਂ, ਸਭ ਭਲਾ ਹੀ ਹੈ ਰੇ। ਕਿਤੇ ਵੀ ਬੁਰਾ ਕੁਝ ਨਹੀਂ ਹੈਗਾ। ਸਾਨੂੰ ਲੱਗਦਾ ਏ ਉਹ ਇਸ ਤਰ੍ਹਾਂ ਹੀ ਹੋਣਾ ਹੁੰਦਾ ਹੈ। ਜੋ ਕੀਨੀ ਕਰਤਾਰ, ਜਿਵੇਂ ਦੀ ਉਹਨੇ ਸ੍ਰਿਸ਼ਟੀ ਬਣਾਈ ਹੈ, ਜਿਵੇਂ ਦਾ ਜੋ ਕੁਝ ਸਾਡੇ ਜੀਵਨ ਵਿੱਚ ਵਾਪਰ ਰਿਹਾ ਹੈ, ਉਹ ਭਲੀ ਗੱਲ ਏ, ਉਹ ਚੰਗੀ ਗੱਲ ਏ, ਮਾੜੀ ਨਹੀਂ। ਸਾਨੂੰ ਸਮਝ ਆਵੇ ਜਾਂ ਨਾ ਆਵੇ, ਉਹ ਇੱਕ ਵੱਖਰੀ ਕਹਾਣੀ ਹੈ। ਜਿੰਨੀ ਪਛਾਤਾ ਖਸਮ, ਖਸਮ ਨੂੰ ਹੁਣ ਕਿਵੇਂ ਪਹਿਚਾਨਣਾ ਹੈ? ਜੋ ਉਹ ਕਰਦਾ ਭਲੀ ਗੱਲ ਹੈ, ਜੋ ਤੁਧ ਭਾਵੇ ਸਾਈ ਭਲੀ ਕਾਰ। ਜਿੱਦਣ ਨਾ ਸਮਝ ਆ ਗਈ, ਆਪਾਂ ਖਸਮ ਨੂੰ ਪਹਿਚਾਨ ਲਿਆ ਹੋਵੇਗਾ। ਤੇ ਜਿੰਨਾ ਚਿਰ ਆਹ ਗੱਲ ਨਹੀਂ ਸਮਝ ਆਉਂਦੀ,
ਲੱਖ ਵਾਹਿਗੁਰੂ ਵਾਹਿਗੁਰੂ ਪੜ੍ਹਦੇ ਰਹੋ, ਲੱਖ ਬਾਣੀ ਦੇ ਪਾਠ ਕਰਦੇ ਰਹੋ, ਕੱਖ ਨਹੀਂ ਜੀ ਹੋਣ ਵਾਲਾ। ਉਸ ਦਿਨ ਕੁਛ ਹੋਏਗਾ ਜਿਸ ਦਿਨ ਆਪਾਂ ਖਸਮ ਨੂੰ ਪਹਿਚਾਨ ਲਿਆ। ਖਸਮ ਪਛਾਣੇ ਸੋ ਦਿਨ ਪਰਵਾਨ, ਜਿਸ ਦਿਨ ਪਹਿਚਾਨ ਲਿਆ। ਜਿਨ੍ਹਾਂ ਨੇ ਪਹਿਚਾਨ ਲਿਆ ਸੇ ਦਰਗਾਹ ਮੱਲ, ਉਹ ਦਰਗਾਹ ਵਿੱਚ ਪ੍ਰਵਾਨ ਹੋ ਜਾਣੇ ਨੇ। ਦਰਗਾਹ ਵਿੱਚ ਉਹਨਾਂ ਨੂੰ ਜਗ੍ਹਾ ਮਿਲ ਜਾਏਗੀ, ਉਹ ਜਗ੍ਹਾ ਮੱਲ ਕੇ ਬਹਿ ਜਾਣਗੇ ਆਪਣੀ। ਆਪਾਂ ਭਟਕਦੇ ਰਵਾਂਗੇ, ਉਹ ਪੰਜ ਪ੍ਰਵਾਨ ਬਣ ਜਾਣਗੇ। ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀ ਹੈ, ਕਾਰਨ ਕਰਨ ਕਰੀਮ ਕੁਦਰਤ ਤੇਰੀ ਹੈ। ਆਪਾਂ ਉਹਦੀ ਕੁਦਰਤ ਨੂੰ ਸਮਝੀਏ ਤੇ ਹਮੇਸ਼ਾ ਮਨ ਵਿੱਚ ਇਹ ਗੱਲ ਪੱਕੀ ਬਿਠਾ ਲਈਏ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸੋ ਅੱਜ ਜੀ ਆਪਾਂ ਇੱਥੇ ਹੀ ਅੱਜ ਦੀ ਵਿਚਾਰ ਸਮਾਪਤ ਕਰਦੇ ਹਾਂ। ਸਮਾਂ ਹੋ ਗਿਆ। ਸ਼ੁੱਕਰਵਾਰ ਨੂੰ ਆਪਾਂ ਸ਼ੁਰੂ ਕਰਾਂਗੇ ਅੰਤ ਨਹੀਂ ਹੈ ਉਸ ਪਾਰ ਬ੍ਰਹਮ ਪਰਮੇਸ਼ਵਰ ਦਾ, ਤੇ ਅੰਤ ਨਹੀਂ ਹੈ ਉਹਦੀ ਬਣਾਈ ਹੋਈ ਇਸ ਕੁਦਰਤ ਦਾ। ਇੱਥੋਂ ਗੱਲ ਆਪਾਂ ਸ਼ੁਰੂ ਕਰਾਂਗੇ। ਇੰਨੇ ਕੁ ਬਚਨ ਤੁਸੀਂ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।